ਜ਼ਿਮੀਦਾਰ ਜਿਹੜਾ ਕਰਕੇ ਖਾਂਦਾ ਉਹਨੂੰ ਕੋਈ ਪੈਸਾ ਨਹੀਂ ਬਚਦਾ ਖੇਤੀਬਾੜੀ 'ਚੋਂ, ਸਿਰਫ ਉਹਦਾ ਢਿੱਡ ਭਰਦਾ। ਨਾਲ ਉਹ 2 ਮੱਝਾਂ ਰੱਖ ਲੈਂਦਾ, ਦੁੱਧ ਪਾ ਲੈਂਦਾ, ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਉਹ ਕਰਕੇ ਖਾਂਦੇ ਨੂੰ ਵੀ ਇਹ ਮਾਰ ਦੇਣਾ ਚਾਹੁੰਦੇ ਨੇ ਵੀ ਇਹ ਮੁਹਤਾਜ ਹੋ ਜੇ, ਸਾਡੇ ਹੱਥਾਂ ਵੱਲ ਦੇਖੇ। ਜਿਹੜੇ ਖੇਤਾਂ ਦਾ ਇਹ ਮਾਲਕ ਹੈ ਕਾਰਪੋਰੇਟ ਮਾਲਕ ਹੋਵੇ ਤੇ ਇਹ ਉੱਥੇ ਦਿਹਾੜੀਦਾਰ ਹੋਵੇ। ਇਦੋਂ ਮਾੜੀ ਸਰਕਾਰ ਮੈਂ ਅੱਜ ਤੱਕ ਦੇ ਇਤਿਹਾਸ 'ਚ ਨਹੀਂ ਦੇਖੀ। ਜਦੋਂ ਕਾਰਪੋਰੇਟ ਦੇ ਹੱਥਾਂ 'ਚ ਆਟਾ ਚਲੇ ਗਿਆ, ਜਿਹੜਾ ਅੱਜ ਆਟਾ 25 ਰੁਪਏ ਕਿਲੋ ਹੈ ਉਹ 125 ਰੁਪਏ ਕਿਲੋ ਕਦੋਂ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ। ਮੈਨੂੰ ਨਹੀਂ ਲੱਗਦਾ ਡਿਕਟੇਟਰਸ਼ਿਪ ਦਾ ਇਦੋਂ ਵੱਡਾ ਰੂਪ ਕਿਸੇ ਹੋਰ ਇਸ ਮੁਲਕ 'ਚ 70 ਸਾਲ ਤੋਂ ਮੈਂ ਤਾਂ ਨਹੀਂ ਦੇਖਿਆ, ਕਿਤੇ ਹੋਰ ਕਿਸੇ ਕੰਟਰੀ 'ਚ ਵੀ ਨਹੀਂ, ਏਸ਼ੀਆ 'ਚ ਤਾਂ ਨਹੀਂ ਮੈਨੂੰ ਲੱਗਦਾ ਖਾਸ ਕਰਕੇ ਦੇਖਣ ਨੂੰ ਮਿਲਿਆ। ਸੋ ਦੁਖਾਂਤ ਹੈ ਇਹ ਭਾਰਤ ਦਾ ਸਭ ਤੋਂ ਵੱਡਾ। ਜਿਹੜੀ ਸਰਕਾਰ ਅਦਾ ਕਰਦੀ ਹੁੰਦੀ ਆ, ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਹੀਆਂ ਸੀ, ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣ ਦਾ ਨਾਰਾ ਲਾਇਆ ਸੀ ਇਹਨੇ, ਪਰ ਉਹ ਜਿਹੜੀਆਂ ਕਿ ਕਾਲਾ ਧਨ ਜਿਹੜਾ ਚਿੱਟਾ ਧਨ ਵਾਪਸ ਲੈ ਕੇ ਆਉਣਾ ਜੀ, ਇਹ ਹੋਣਾ ਉਹ ਹੋਣਾ, ਉਹ ਕੁਝ ਵੀ ਨਹੀਂ ਕੀਤਾ। ਹੁਣ ਸਡਨਲੀ ਜਦੋਂ ਕਿਸਾਨ ਅੰਦੋਲਨ ਨੂੰ ਕਿਸਾਨਾਂ ਦੇ ਪੁੱਤ, ਚਾਹੇ ਉਹ ਸਿੰਗਰ ਆ ਚਾਹੇ ਉਹ ਕਲਾਕਾਰ ਆ, ਜਦੋਂ ਸਪੋਰਟ ਕਰਨ ਲੱਗੇ ਤੇ ਹੁਣ ਉਹਨੂੰ ਭ੍ਰਿਸ਼ਟਾਚਾਰ ਯਾਦ ਆ ਗਿਆ। ਉਹ ਕਹਿੰਦੀ ਮੈਂ ਭ੍ਰਿਸ਼ਟਾਚਾਰ ਖਤਮ ਕਰਨਾ, ਤੇ NI ਦੇ ਨੋਟਸ ਜਿਹੜੇ ਆ ਉਹ ਲਗਾਤਾਰ ਜਿਹੜੇ ਆ ਸਾਹਮਣੇ ਆ ਰਹੇ ਆ। ਸਰਕਾਰ ਬਹੁਤ ਜਲਦੀ ਨਹੀਂ ਐਕਟਿਵ ਹੋ ਗਈ। ਗੱਲਾਂ ਤਾਂ ਜੀ ਮੈਂ ਜੇ ਕਹਿ ਦਾਂ 2014 'ਚ ਜਦੋਂ BJP ਸੱਤਾ 'ਚ ਆਉਂਦੀ ਹੈ ਤਾਂ ਇਹ ਕਹਿੰਦੇ ਸੀ 2 ਕਰੋੜ ਨੌਕਰੀ ਨੌਜਵਾਨਾਂ ਨੂੰ ਦਿਆ ਕਰਾਂਗੇ ਹਰ ਸਾਲ। ਮੈਨੂੰ ਲੱਗਦਾ ਜਿਹੜੇ ਸਰਕਾਰੀ EMPLOYE ਸੀ ਵਿਚਾਰੇ ਉਹਨਾਂ ਦੀਆਂ ਵੀ ਨੌਕਰੀਆਂ ਖੋਲੀਆਂ। ਕਾਲਾ ਧਨ ਸੀਗਾ, ਇਹ ਕਹਿੰਦੇ ਸੀ ਵੀ ਵਾਪਸ ਲੈ ਕੇ ਆਵਾਂਗੇ ਤੇ 15-15 ਲੱਖ ਹੈ ਜਿਹੜਾ ਤੁਹਾਡੇ ਖਾਤੇ 'ਚ ਆਊਗਾ। ਮੋਦੀ ਜੀ ਨੇ ਖੜ ਕੇ ਕਿਹਾ। ਹੁਣ ਕੀ ਹੋਇਆ? ਨੀਰਵ ਮੋਦੀ ਭੱਜ ਗਿਆ, ਵਿਜੇ ਮਾਲਿਆ ਭੱਜ ਗਿਆ, ਜਿਹੜਾ ਸਾਡੇ ਕੋਲ ਸੀਗਾ ਉਹ ਵੀ ਲੈ ਕੇ ਭੱਜ ਗਏ। ਮਜਬੂਰੀ 'ਚ ਇਹਨਾਂ ਨੂੰ ਨੋਟਬੰਦੀ ਕਰਨੀ ਪਈ ਕਿਉਂਕਿ ਦੇਸ਼ 'ਚ ਰਹਿ ਹੀ ਕੁਝ ਨਹੀਂ ਗਿਆ ਸੀਗਾ। ਕਾਰਪੋਰੇਟ ਦੇ ਹੱਥਾਂ 'ਚ ਸਾਰਾ ਦੇਸ਼ ਦੇਤਾ। ਉਹਨਾਂ ਦਿਆਂ ਨਕਸ਼ਿਆਂ ਕਦਮਾਂ ਤੇ ਚੱਲ ਰਹੇ ਆ ਜਿਵੇਂ ਉਹ ਚਾਹੁੰਦੇ ਆ ਕਿ ਸਰਕਾਰ ਚੱਲੇ। BJP ਗਵਰਨਮੈਂਟ ਉਦਾਂ ਹੀ ਚੱਲ ਰਹੀ ਆ। GST ਆਇਆ, ਵਪਾਰੀ ਰਗੜ ਤੇ, ਨੋਟਬੰਦੀ ਆਇਆ। ਮੈਂ ਕਹਿੰਦਾ ਵੀ ਇਕਨੋਮੀ ਆ ਜਿਹੜੀ ਦੇਸ਼ ਦੀ, GDP ਆ ਜਿਹੜੀ ਉਹ -27 ਤੇ ਚਲੀ ਗਈ, ਇੰਨੀ ਹੇਠਾਂ ਚਲੀ ਗਈ ਕਿ ਦੇਸ਼ ਦਾ ਦਿਵਾਲਾ ਕੱਢਤਾ। 100 ਰੁਪਏ ਲੀਟਰ ਪੈਟਰੋਲ ਹੋਇਆ ਤੇ ਉਹਦੇ ਚੋਂ 56-57 ਰੁਪਏ ਜਿਹੜਾ ਟੈਕਸ ਗਵਰਨਮੈਂਟ ਨੂੰ ਜਾਂਦਾ ਹੈ। ਆਮ ਬੰਦੇ ਦੇ ਹੱਥ 'ਚ ਕੁਝ ਵੀ ਨਹੀਂ ਰਿਹਾ। ਜ਼ਿਮੀਂਦਾਰਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਵੀ 2022 ਤੱਕ ਜਿਹੜੀ ਤੁਹਾਡੀ ਆਮਦਨ ਆ ਉਹ ਡਬਲ ਕਰ ਦਾਂਗੇ, ਤੇ ਅੱਜ ਜਿਹੜੀ ਤਸਵੀਰ ਗਵਰਨਮੈਂਟ ਦੀ ਸਾਡੇ ਸਾਹਮਣੇ ਆਈ ਹੈ ਸ਼ਰਮਨਾਕ ਤਸਵੀਰ ਹੈ। ਮੈਂ ਇਹਦੀ ਇੰਨੀ ਨਿਖੇਧੀ ਕਰਦਾ ਕਿ ਇਹਦੇ ਨਾਲੋਂ ਤਾਂ ਸਾਨੂੰ ਪਹਿਲਾਂ ਹੀ ਜੋ ਗਵਰਨਮੈਂਟ ਸੀ ਉਹ 1000 ਦਰਜੇ ਚੰਗੀ ਸੀ। ਅਸੀਂ ਜਿਹੜਾ ਕਿਹਾ ਸੀ ਵੀ ਜੀ 56 ਇੰਚ ਦਾ ਸੀਨਾ ਮੋਦੀ ਜੀ ਦਾ, ਮੋਦੀ ਜੀ ਸਾਡਾ, ਜੇ ਮੋਦੀ ਆਊਗਾ ਤਾਂ ਹੀ ਸਾਡਾ ਦੇਸ਼ ਬਚੂਗਾ। ਜਿਹੜਾ ਮੀਡੀਆ ਖਰੀਦ ਕੇ ਇਹਨਾਂ ਨੇ ਭੰਡੀ ਪ੍ਰਚਾਰ ਕੀਤਾ ਵੀ ਹਰ ਹਰ ਮੋਦੀ, ਘਰ ਘਰ ਮੋਦੀ, ਮੋਦੀ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ, ਇਹ ਦੇਸ਼ ਬਚ ਹੀ ਨਹੀਂ ਸਕਦਾ। ਇਹ ਤਾਂ ਅੱਜ ਅਸਲੀਅਤ ਆ ਕੇ ਖੁੱਲੀ ਹੈ ਵੀ ਇਹ ਇੱਕ ਪਲਾਨ ਦਾ ਹਿੱਸਾ ਸੀ ਸਾਰਾ। ਜ਼ਮੀਨਾਂ ਹਥਿਆ ਕੇ ਕਾਰਪੋਰੇਟ ਨੂੰ ਦੇਣੀਆਂ ਚਾਹੁੰਦੇ ਸੀ ਕਿਉਂਕਿ ਆਉਣ ਵਾਲੇ ਸਮੇਂ ਦੇ ਜਿਹੜੇ ਨਿਊ ਵਰਲਡ ਦੇ ਪਲਾਨ ਨੇ ਉਹ ਬੜੇ ਸਾਡੀ ਸੋਚ ਤੋਂ ਉੱਤੇ ਦੇ ਪਲਾਨ ਨੇ। ਉਹਦੇ ਅਧੀਨ ਇਹ ਜ਼ਮੀਨਾਂ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਸੀ ਤਾਂ ਜੋ ਇੱਥੇ ਇੱਕ ਖੇਤੀਬਾੜੀ ਐਗਰੀਕਲਚਰ ਵਰਗ ਹੀ ਸੀ ਜਿਹੜਾ ਕਰੋਨਾ ਕਾਲ 'ਚ ਪ੍ਰੋਫਿਟ 'ਚ ਚੱਲ ਰਿਹਾ ਸੀ। ਬਾਕੀ ਹਰ ਇੱਕ ਵਰਗ ਸੀ ਜਿਹੜਾ ਉਹ ਥੱਲੇ ਸੀ। ਸੋ ਤਾਂ ਕਰਕੇ ਉਹ ਪ੍ਰੋਫਿਟ ਵਰਗ ਵੀ ਹੁਣ ਇਹ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਸੀ। ਜ਼ਿਮੀਦਾਰ ਜਿਹੜਾ ਕਰਕੇ ਖਾਂਦਾ ਉਹਨੂੰ ਕੋਈ ਪੈਸਾ ਨਹੀਂ ਬਚਦਾ ਖੇਤੀਬਾੜੀ 'ਚੋਂ, ਸਿਰਫ ਉਹਦਾ ਢਿੱਡ ਭਰਦਾ। ਨਾਲ ਉਹ 2 ਮੱਝਾਂ ਰੱਖ ਲੈਂਦਾ, ਦੁੱਧ ਪਾ ਲੈਂਦਾ, ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਉਹ ਕਰਕੇ ਖਾਂਦੇ ਨੂੰ ਵੀ ਇਹ ਮਾਰ ਦੇਣਾ ਚਾਹੁੰਦੇ ਨੇ ਵੀ ਇਹ ਮੁਹਤਾਜ ਹੋ ਜੇ, ਸਾਡੇ ਹੱਥਾਂ ਵੱਲ ਦੇਖੇ। ਜਿਹੜੇ ਖੇਤਾਂ ਦਾ ਇਹ ਮਾਲਕ ਹੈ ਕਾਰਪੋਰੇਟ ਮਾਲਕ ਹੋਵੇ ਤੇ ਇਹ ਉੱਥੇ ਦਿਹਾੜੀਦਾਰ ਹੋਵੇ। ਸੋ ਮੈਨੂੰ ਲੱਗਦਾ ਵੀ ਇਦੋਂ ਸ਼ਰਮਨਾਕ ਸਰਕਾਰ, ਇਦੋਂ ਮਾੜੀ ਸਰਕਾਰ ਮੈਂ ਅੱਜ ਤੱਕ ਦੇ ਇਤਿਹਾਸ 'ਚ ਨਹੀਂ ਦੇਖੀ। 30 ਸਾਲ ਮੇਰੀ ਉਮਰ ਹੋ ਗਈ, ਮੈਨੂੰ ਸੱਤਾ ਦਾ ਗਿਆਨ ਹੈਗਾ, ਮੈਂ ਅਖਬਾਰ ਪੜ੍ਹਦਾ ਰਹਿੰਦਾ, ਮੈਨੂੰ ਇੰਟਰਸਟ ਹੈ, ਪਰ ਮੈਨੂੰ ਇਹ ਲੱਗਦਾ ਵੀ 70 ਸਾਲ 'ਚ ਐਸਾ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਨਹੀਂ ਮਿਲਿਆ ਜਿਹੜਾ ਨਰਿੰਦਰ ਮੋਦੀ ਨੇ ਆ ਕੇ ਕੰਮ ਕੀਤਾ। ਇੱਦਾਂ ਕਦੇ ਵੀ ਨਹੀਂ ਹੋਇਆ। ਇਹ ਬਿਲਾਂ ਨਾਲ ਤਾਂ ਕੱਲਾ ਜ਼ਿਮੀਂਦਾਰ ਪ੍ਰਭਾਵਿਤ ਨਹੀਂ ਹੋਊਗਾ। ਵਾਰ-ਵਾਰ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਸਾਡੇ ਤਾਂ ਵਿਹੜੇ ਹੀ ਐਡੇ-ਐਡੇ ਨੇ, ਕੱਲੀ ਰੋਟੀ ਦਾ ਮਸਲਾ ਨਹੀਂ। ਅੱਜ ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਉਹ ਪੂਰੇ ਦੇਸ਼ ਦੀ ਲੜਾਈ ਲੜ ਰਿਹਾ। ਆਮ ਬੰਦਾ ਵੀ ਜਿਹੜਾ ਰੋਟੀ ਖਾਂਦਾ, ਚਾਹੇ ਉਹ ਚੌਂਕੀਦਾਰ ਹੈ, ਚਾਹੇ ਉਹ ਸਿਕਿਉਰਿਟੀ ਗਾਰਡ ਹੈ, ਚਾਹੇ ਉਹ ਕੋਈ ਕਲਰਕ ਹੈ, ਜਦੋਂ ਕਾਰਪੋਰੇਟ ਦੇ ਹੱਥਾਂ 'ਚ ਆਟਾ ਚਲੇ ਗਿਆ, ਜਿਹੜਾ ਅੱਜ ਆਟਾ 25 ਰੁਪਏ ਕਿਲੋ ਹੈ ਉਹ 125 ਰੁਪਏ ਕਿਲੋ ਕਦੋਂ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ। ਮਹਿੰਗਾਈ ਆ ਜਿਹੜੀ, ਮਹਿੰਗਾਈ ਨਾਲ ਇਸ ਦੇਸ਼ 'ਚ ਭੁੱਖਮਰੀ ਪੈਣ ਦੇ ਅਨੁਸਾਰ ਨੇ ਜੇ ਇਹਨਾਂ ਬਿੱਲਾਂ ਨੂੰ ਰੱਦ ਨਾ ਕਰਵਾਇਆ। ਸੋ ਲੜਾਈ ਹੈ ਜਿਹੜੀ ਇਹਨਾਂ ਬਿੱਲਾਂ
ਇਹ ਨਾ ਇਕੱਲੇ ਜ਼ਿਮੀਂਦਾਰਾਂ ਦੀ ਨਹੀਂ, ਸਾਰੇ ਦੇਸ਼ ਦੀ ਇਹ ਲੜ ਰਹੇ ਆ ਜ਼ਿਮੀਂਦਾਰ। ਜਿਸ ਰੋਟੀ ਕੱਪੜਾ ਮਕਾਨ ਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਜਿਹੜਾ ਹੁੰਦਾ ਕਿ ਸਵੈਮਾਨ ਜਿਹੜਾ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰਨਾ ਹੁੰਦਾ। ਲੋਕਤੰਤਰ ਦੇ ਵਿੱਚ ਹੁੰਦਾ ਇਹ ਆ ਕਿ ਲੋਕਾਂ ਦੀ ਸੇਵਾਦਾਰ ਹੁੰਦੀ ਆ ਸਰਕਾਰ, ਲੋਕਾਂ ਨੇ ਆਪਣੇ ਫੈਸਲੇ ਸੁਣਾਉਣੇ ਹੁੰਦੇ ਆ। ਜਿਹੜਾ ਪਿਛਲੇ 6-7 ਸਾਲਾਂ ਦੇ ਵਿੱਚ ਮਾਹੌਲ ਸਿਰਜਿਆ ਗਿਆ ਕਿ ਕੋਈ ਵੀ ਬੰਦਾ ਆਪਣੇ ਹੱਕ ਦੀ ਆਵਾਜ਼ ਉਠਾਉਣ ਤੋਂ ਪਹਿਲਾਂ ਹੀ ਸੋਚਦਾ ਸੀ ਕਿ ਮੈਂ ਕਿਤੇ ਘੱਟ ਗਿਣਤੀ ਤਾਂ ਨਹੀਂ, ਮੈਨੂੰ ਕਿਤੇ ਬੋਲਣਾ ਮਹਿੰਗਾ ਤਾਂ ਨਹੀਂ ਪੈ ਜਾਊਗਾ। ਤੇ ਇਸ ਅੰਦੋਲਨ ਦੇ ਵਿੱਚ ਜਿਹਨੂੰ ਅੱਤਵਾਦੀਆਂ ਦਾ ਖਾਲਿਸਤਾਨੀਆਂ ਦਾ ਅੰਦੋਲਨ ਕਿਹਾ ਜਾ ਰਿਹਾ, ਇੱਥੇ ਹਰ ਜਿਹੜੀ ਆਜ਼ਾਦ ਦੇ ਲੋਕ, ਹਰ ਧਰਮ ਦੇ ਲੋਕ ਬੜੀ ਆਜ਼ਾਦੀ ਨਾਲ ਆਪਣੇ ਹੱਕਾਂ ਦੇ ਨਾਅਰੇ ਲਾਉਂਦੇ ਤੁਰੇ ਫਿਰਦੇ ਆ। ਲੋਕਤੰਤਰ ਸਰਕਾਰ ਨੇ ਲੈ ਕੇ ਆਉਣਾ ਸੀ। ਇਹ ਲੋਕਤੰਤਰ ਪਹਿਲਾਂ ਸੀ ਜਾਂ ਲੋਕਤੰਤਰ ਦੀ ਅਸਲੀ ਸ਼ੁਰੂਆਤ ਹੁਣ ਹੋਈ ਦੇਖ ਰਹੇ ਹੋ ਤੁਸੀਂ? ਦੇਖੋ, ਧਾਰਾ ਛੋਟੀ ਜਿਹੀ ਐਗਜ਼ਾਮਪਲ ਦੇਣਾ, ਧਾਰਾ 370 ਤੋੜਤੀ ਤੇ ਤੁਸੀਂ ਜੰਮੂ ਕਸ਼ਮੀਰ 'ਚ ਚਲੇ ਜਾਓ ਤੇ ਉਹ ਕਹਿਣਗੇ ਵੀ ਸਾਡੇ ਤੇ ਤਾਂ ਲੱਗੀ ਉਹ ਚੰਗੀ ਸੀ। ਅੱਜ ਉੱਥੇ ਇੰਨਾ ਕੁ ਜ਼ਿਆਦੇ ਉੱਥੇ ਮੈਂ ਕਹਿੰਦਾ ਵੀ ਅਨਿਆਏ ਹੋ ਰਿਹਾ, ਜੰਮੂ ਕਸ਼ਮੀਰ 'ਚ ਮਾਰ ਕੱਟ ਹੋ ਰਹੀ ਆ, ਲੋਕ ਇੰਨੇ ਕੁ ਦੁਖੀ ਨੇ, ਗੱਲਾਂ ਛੱਡ ਦਿਓ। ਸਾਡੇ 121 ਬੰਦੇ ਮਰ ਗਏ। ਲੋਕਤੰਤਰ 'ਚ ਇਦੋਂ ਵੱਡਾ ਘਾਣ ਮੈਂ ਨਹੀਂ ਕਦੇ ਦੇਖਿਆ। ਪ੍ਰਧਾਨ ਮੰਤਰੀ ਨੇ ਅਮਰੀਕਾ 'ਚ ਹਮਲਾ ਹੋਇਆ ਸੰਸਦ 'ਚ, ਉਹਦਾ ਦਾ ਟਵੀਟ ਕੀਤਾ ਉਹਨਾਂ ਨੇ ਵੀ ਅਮਰੀਕਾ 'ਚ ਬਹੁਤ ਮਾੜਾ ਹੋਇਆ ਜੀ। ਇੱਥੇ ਜਿਹੜੇ ਸਾਡੇ ਨਿੱਤ ਐਵਰੇਜ ਪੈ ਰਹੀ ਆ, ਇੱਕ ਬੰਦਾ ਮਰਦਾ, 2 ਬੰਦੇ ਮਰਦੇ ਆ, ਸਾਡੇ ਸ਼ਹੀਦ ਨੇ ਸਾਡੇ। ਅੱਜ ਤੱਕ ਇਸ ਲੋਕਤੰਤਰ ਦੀ ਗੱਲ ਕੀਤੀ, ਲੋਕਤੰਤਰ ਹੈ, ਅਸੀਂ ਚੁਣੀ ਸਰਕਾਰ। ਉਹ ਜੇ ਉਹ ਵੱਡਿਆਂ ਘਰਾਂ 'ਚ ਰਹਿੰਦੇ ਆ, ਜੇ ਵੱਡੇ ਮਹਿਲਾਂ 'ਚ ਰਹਿੰਦੇ ਆ, ਵੱਡੀਆਂ ਗੱਡੀਆਂ 'ਚ ਇੰਨੇ ਨੇ ਗਨਮੈਨ ਲੈ ਕੇ ਤੁਰਦੇ ਆ, ਸਾਡੇ ਪੈਸੇ ਨਾਲ ਤੁਰਦੇ ਆ, ਅਸੀਂ ਟੈਕਸ ਪੇ ਕਰਦੇ ਆ। ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, 100 ਰੁਪਏ ਦਾ ਪੈਟਰੋਲ ਹੈ, 60 ਰੁਪਏ ਗਵਰਨਮੈਂਟ ਨੂੰ ਦਿੰਦੇ ਆ ਅਸੀਂ। ਸਾਡਾ ਪੈਸਾ ਹੈ ਜਿਹਦੇ ਨਾਲ ਉਹ ਐਸ਼ ਭਰੀ ਜ਼ਿੰਦਗੀ। ਉਹਨਾਂ ਨੂੰ ਅਸੀਂ ਆਪ ਦਾ ਨੌਕਰ ਬਣਾਇਆ ਹੋਇਆ ਸੀ ਵੀ ਤੁਸੀਂ ਦੇਸ਼ ਦੀ ਸੇਵਾ ਕਰਨਾ, ਤੁਸੀਂ ਸਾਡੇ ਨੌਕਰ ਹੋ, ਤੁਸੀਂ ਸਾਡੇ ਲਈ ਕੁਝ ਐਦਾਂ ਦੀਆਂ ਪਾਲਿਸੀਆਂ ਲਾਗੂ ਕਰਨੀਆਂ ਨੇ ਜਿਹੜੀਆਂ ਛੋਟਾ ਵਰਗ ਹੈ ਜਿਹੜਾ ਉਹ ਉੱਤੇ ਆ ਸਕੇ, ਉਹਦੇ ਨਾਲ ਹਰ ਇੱਕ ਵਰਗ ਹੈ ਜਿਹੜਾ ਸਖਾਵਾਂ ਰਹਿ ਸਕੇ। ਪਰ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਕੀ ਕੀਤਾ, 2-3 ਬੰਦੇ ਆਪਦੇ ਨੇੜੇ ਤੇੜੇ ਰੱਖੇ ਹੋਏ ਆ, ਉਹਨਾਂ ਨੂੰ ਹੀ ਵੱਡੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ। ਕਾਰਪੋਰੇਟ ਦੇ ਇਸ਼ਾਰਿਆਂ ਤੇ ਸਾਰਾ ਕੁਝ ਚੱਲ ਰਿਹਾ ਹੈ। ਲੋਕਤੰਤਰ ਮੈਨੂੰ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ। ਇਹ ਮੈਨੂੰ ਲੱਗਦਾ ਵੀ ਸਹੀ ਸ਼ੁਰੂਆਤ ਲੋਕਤੰਤਰ ਦੀ ਅੱਜ ਹੋਈ ਹੈ, ਕਿਉਂਕਿ ਅੱਜ ਤੱਕ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਵੀ ਆਵਾਜ਼ ਚੱਕੀ ਹੈ ਉਹਨੂੰ UAPA ਲਾ ਕੇ, ਤਾੜਾ ਲਾ ਕੇ ਅੰਦਰ ਸਿੱਟ ਦਿੱਤਾ ਜਾਂਦਾ। ਇੰਟੈਲੈਕਚੁਅਲ ਮਾਈਂਡ ਜਿੰਨੇ ਵੀ ਇਸ ਭਾਰਤ ਦੇ ਨੇ, ਚਾਹੇ ਉਹ ਪ੍ਰੋਫੈਸਰ ਨੇ, ਚਾਹੇ ਉਹ ਬੁਲਾਰੇ ਨੇ, ਚਾਹੇ ਉਹ ਕਾਮਰੇਡ ਨੇ, ਜਿਹੜਾ ਵੀ ਬੰਦਾ ਬੋਲਦਾ ਹੈ ਆਪਦੀ ਕੌਮ ਦੀ ਗੱਲ ਕਰਦਾ ਹੈ, ਆਪਦਿਆਂ ਹੱਕਾਂ ਦੀ ਗੱਲ ਕਰਦਾ ਹੈ, ਬਿਨਾਂ ਜ਼ਮਾਨਤ ਤੋਂ ਬਿਨਾਂ ਕੋਈ ਜ਼ਮਾਨਤ ਨਹੀਂ, ਕੋਈ ਸੁਣਵਾਈ ਨਹੀਂ, ਚੱਕ ਕੇ ਅੰਦਰ ਸਿੱਟ ਦਿੱਤਾ ਜਾਂਦਾ। ਸੋ ਮੈਨੂੰ ਨਹੀਂ ਲੱਗਦਾ ਡਿਕਟੇਟਰਸ਼ਿਪ ਦਾ ਇਦੋਂ ਵੱਡਾ ਰੂਪ ਕਿਸੇ ਹੋਰ ਇਸ ਮੁਲਕ 'ਚ 70 ਸਾਲ ਤੋਂ ਮੈਂ ਤਾਂ ਨਹੀਂ ਦੇਖਿਆ, ਕਿਤੇ ਹੋਰ ਕਿਸੇ ਕੰਟਰੀ 'ਚ ਵੀ ਨਹੀਂ, ਏਸ਼ੀਆ 'ਚ ਤਾਂ ਨਹੀਂ ਮੈਨੂੰ ਲੱਗਦਾ ਖਾਸ ਕਰਕੇ ਦੇਖਣ ਨੂੰ ਮਿਲਿਆ। ਸੋ ਦੁਖਾਂਤ ਹੈ ਇਹ ਭਾਰਤ ਦਾ ਸਭ ਤੋਂ ਵੱਡਾ, ਜਿਹੜੀ ਇਹ ਸਰਕਾਰ ਹੈ। ਮੇਰਾ ਲਾਸਟ ਸਵਾਲ ਆ ਤੁਹਾਨੂੰ, ਸਾਡੇ ਬਜ਼ੁਰਗਾਂ ਨੇ ਕਿਤੇ ਨਾ ਕਿਤੇ ਸਾਡੇ ਮਾਪਿਆਂ ਦੇ ਨਾਲ ਸਾਡੇ ਵੀ ਪਾੜੇ ਪਏ ਹੋਏ ਸੀਗੇ, ਸਾਨੂੰ ਲੱਗਦਾ ਸੀ ਵੀ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਆ। ਸਾਡੇ ਬਜ਼ੁਰਗਾਂ ਨੇ ਜਿਹੜੇ 2 ਮੇਨ ਹਾਕਮ ਕਹੇ ਜਾ ਸਕਦੇ ਆ ਪੰਜਾਬ ਦੇ, ਕਦੀ ਪੰਥ ਦੇ ਨਾਂ ਤੇ ਉਹਨਾਂ ਨੂੰ ਗੱਦੀ ਤੇ ਬਿਠਾਈ ਰੱਖਿਆ, ਕਦੀ ਕਿਸੇ ਚੀਜ਼ ਦੇ ਨਾਂ ਤੇ। ਤੁਹਾਨੂੰ ਲੱਗਦਾ ਕਿ ਜੇ ਉਹੀ ਜਿਸ ਤਰੀਕੇ ਨਾਲ ਹੁਣ ਜੇ ਕਿਸੇ ਦੇ ਸਾਡੇ ਨੌਜਵਾਨਾਂ ਨੇ, ਕਿਉਂਕਿ 50-55 ਦਿਨ ਹੋਏ ਆ ਸੰਘਰਸ਼ ਹੁੰਦੇ ਨੂੰ, ਪਰ 60-70 ਦੇ ਕਰੀਬ ਸਾਡੀਆਂ ਸ਼ਹਾਦਤਾਂ ਹੋ ਗਈਆਂ, ਉਹਨੇ ਦਿਨ ਨਹੀਂ ਹੋਏ ਬੈਠਿਆਂ ਨੂੰ ਜਿੰਨੇ ਘਰਾਂ ਸਾਡੇ 70 ਵਿਛ ਗਏ ਹੋਏ ਆ। ਗੁੱਸਾ ਕਿਤੇ ਨਾ ਕਿਤੇ ਫੁੱਟਣਾ ਜਾਇਜ਼ ਸੀ, ਤੇ ਜੇ ਕਿਤੇ ਕੋਈ ਗੋਹੇ ਦੀ ਟਰਾਲੀ ਸਿੱਟਦੀ ਉੱਥੇ ਤੇ ਬਹੁਤ ਜਲਦੀ ਐਕਸ਼ਨ ਲਏ ਗਏ। ਜੇ ਇਹੀ ਸਾਡੇ ਹਾਕਮ ਪੰਜਾਬ ਦੇ ਵਿੱਚ ਬੈਠੇ ਉਦੋਂ ਦਿੱਲੀ ਨੂੰ ਘੂਰ ਦਿੰਦੇ, ਸਾਡੇ ਬਜ਼ੁਰਗਾਂ ਨੂੰ ਇੱਥੇ ਆਉਣਾ ਹੀ ਨਹੀਂ ਸੀ ਪੈਣਾ। ਤੁਹਾਨੂੰ ਲੱਗਦਾ ਕਿ ਮੁੱਢੋਂ ਜਿਹੜੀ ਜ਼ਿੰਮੇਵਾਰੀ ਇੱਕ ਉਹਨਾਂ ਨੂੰ ਅਦਾ ਕਰਨੀ ਚਾਹੀਦੀ ਸੀ, ਉੱਥੇ ਅਣਗਹਿਲੀ ਹੋਈ ਆ? ਦੇਖੋ, ਦੁੱਖ ਤਾਂ ਇਸੀ ਗੱਲ ਦਾ, ਮੈਂ ਤੁਹਾਨੂੰ ਦੱਸਦਾ, ਜੇ ਅੱਜ ਮੈਂ ਕਹਿ ਦਵਾਂ ਇਹ 'ਚ ਬੜੀਆਂ ਪ੍ਰੋਬਲਮਸ ਨੇ। ਇਹਦੇ 'ਚ ਕੀ ਹੈ ਕਿ ਆ ਜਿੰਨੇ ਵੀਰ ਖੜੇ ਨੇ, ਜੇ ਅੱਜ ਮੈਂ ਇੱਥੇ ਗੱਲ ਸਿਆਸਤ ਦੀ ਕਰ ਦਵਾਂ ਬਈ ਯਾਰ ਨੌਜਵਾਨਾਂ ਨੂੰ ਸਿਆਸਤ 'ਚ ਵੱਧ ਤੋਂ ਵੱਧ ਆਉਣਾ ਚਾਹੀਦਾ। ਇਸ ਦੇਸ਼ ਦਾ ਦੁਖਾਂਤ ਹੀ ਇਹੀ ਹੈ ਵੀ ਇੱਥੇ ਲੋਕ ਸਿਆਸਤ 'ਚ ਆਉਣ ਤੋਂ ਇੰਨਾ ਕੁ ਡਰਦੇ ਆ, ਸਿਆਸਤ ਨੂੰ ਇੰਨਾ ਕਿ ਮਤਲਬ ਗੰਦਾ ਕੁਝ ਸਮਝਦੇ ਆ, ਮਾੜਾ ਸਮਝਦੇ ਆ ਵੀ ਨਹੀਂ ਯਾਰ ਇਹ ਤਾਂ ਇਹ ਗੁੰਡੇ ਲੋਕਾਂ ਦਾ ਕੰਮ ਹੈ। ਸਿਆਸਤੀ ਜਿਹੜੀ ਚੇਤਨਾ ਲੋਕਾਂ ਦੀ ਉਹ ਖਤਮ ਹੋ ਗਈ। ਲੋਕਾਂ ਨੂੰ ਵਰਗਲਾ ਕੇ ਵੋਟਾਂ ਜਦੋਂ ਆਉਂਦੀਆਂ ਨੇ ਪਿੱਛੇ ਲਾ ਲਿਆ ਜਾਂਦਾ। ਇੱਥੇ ਪਹਿਲਾ ਕਸੂਰ ਮੈਂ ਲੋਕਾਂ ਦਾ ਹੀ ਕੱਢੂੰਗਾ। ਜੇ ਇਹਨਾਂ ਨੂੰ ਸਵਾਲ ਕਰਨੇ ਆਉਂਦੇ ਹੁੰਦੇ ਆਪਦੇ ਹਲਕੇ ਦੇ ਆਗੂ ਨੂੰ, ਜਿਹੜਾ MLA ਹੈ, ਵੀ ਭਾਈ ਕੱਲੀ ਜਿਹੜੀ ਗੱਲ ਹੈ ਉਹ ਸਾਡੇ ਭੋਗਾਂ ਤੱਕ ਨਹੀਂ ਸੀਮਤ, ਸਾਡਿਆਂ ਵਿਆਹਾਂ ਤੱਕ ਜਾਂ ਅਸਲੇ ਦੇ ਲਾਇਸੈਂਸਾਂ ਤੱਕ ਨਹੀਂ, ਮੈਨੂੰ ਨੌਕਰੀ ਦੱਸ ਕਿਵੇਂ ਦਵਾਏਗਾ, ਐਜੂਕੇਸ਼ਨ ਦੱਸ ਕਿਵੇਂ ਡਿਵੈਲਪ ਕਰੇਗਾ, ਹੈਲਥ ਦੱਸ ਇੱਥੇ ਕਿਵੇਂ ਸੁਰੱਖਿਆ ਕਰੇਗਾ। ਜੇ ਲੋਕ ਇਹ ਆਪਦੇ ਆਗੂ ਨੂੰ ਸਵਾਲ ਕਰਨ ਤਾਂ ਉਹਦੇ ਦਿਲ 'ਚ ਡਰ ਪੈਦਾ ਹੋਊਗਾ ਵੀ ਲੋਕ ਜਾਗ ਗਏ। ਲੋਕ ਥੋੜੇ ਜਿਹੇ ਲਾਈ ਲੱਗ ਹੋਏ ਹੋਇਆ। ਇੱਥੇ ਮੈਂ ਪਹਿਲੀ ਗਲਤੀ ਲੋਕਾਂ ਦੀ ਹੀ ਕੱਢੂੰਗਾ। ਜੇ ਲੋਕ ਜਾਗ ਜਾਣ, ਹੁਣ ਐਡੀ ਵੱਡੀ ਚੇਤਨਾ ਆਈ ਹੈ,
ਐਡਾ ਵੱਡਾ ਇੱਕ ਮੈਂ ਕਹਿੰਦਾ ਵੀ ਬਦਲਾਅ ਆਇਆ, ਇਹ ਹੁਣ ਜਾ ਕੇ ਇਹਨੂੰ ਬਰਕਰਾਰ ਰੱਖਣ ਪੰਜਾਬ 'ਚ, ਸਵਾਲ ਕਰਨ ਆਪਦੇ ਆਗੂਆਂ ਨੂੰ, ਤਾਂ ਜੋ ਪੰਜਾਬ ਦੀ ਜਿਹੜੀ ਸਿਆਸਤ ਹੈ ਉਹੀ ਬਦਲ ਕੇ ਆਈ ਜਾਂਦੇ ਆ, ਉਹਦੇ ਤੇ ਫਰਕ ਪਵੇ। ਆਪਦਾ ਆਗੂ ਚੁਣਿਓ ਟੱਲੀ ਵਾਂਗੂ ਟਣਕਾ ਕੇ, ਨਹੀਂ ਤਾਂ ਤੁਹਾਨੂੰ ਅੱਜ ਜੇ ਇਹ ਦਿਨ ਆਏ ਨੇ ਤਾਂ ਸਿਰਫ ਉਹਨਾਂ ਆਗੂਆਂ ਕਰਕੇ ਆਏ ਨੇ ਜਿਨ੍ਹਾਂ ਨੂੰ ਤੁਸੀਂ ਸ਼ਰਾਬ ਦੀ ਬੋਤਲ ਵੱਟੇ ਵੋਟ ਪਾਈ ਹੈ ਜਾਂ ਅਸਲੇ ਦੇ ਲਾਇਸੈਂਸ ਵੱਟੇ ਵੋਟ ਪਾਈ ਹੈ। ਜੇ ਉਹ ਚੱਜਦੇ ਹੁੰਦੇ ਤਾਂ ਉਹ ਇੱਥੇ ਆ ਕੇ ਸਾਡਿਆਂ ਜਿੱਥੇ ਧਰਨਾ ਲਾ ਕੇ ਅਸੀਂ ਬੈਠੇ ਆ ਇੱਥੇ ਉਹ ਬੈਠੇ ਹੁੰਦੇ, ਸਾਡੇ ਹੱਕ ਦੀ ਗੱਲ ਸਾਡਾ ਆਗੂ ਕਰਦਾ, ਨਾ ਕਿ ਸਾਨੂੰ ਆਉਣਾ ਪੈਂਦਾ। ਚਲੋ ਜੋ ਹੋ ਗਿਆ, ਪਰ ਜੇ ਹੁਣ ਜਾਗੇ ਹੋ ਤਾਂ ਇੰਨੇ ਚੰਗੇ ਤਰੀਕੇ ਨਾਲ ਜਾਗੇ ਹੋ, ਜਿਹੜੀ ਗਾਂ ਦੀ ਆਉਣ ਵਾਲੀ ਪੰਜਾਬ ਦੀ ਸਿਆਸਤ ਹੈ ਉਹਨੂੰ ਤੁਸੀਂ ਟੱਲੀ ਵਾਂਗੂ ਟਣਕਾ ਕੇ ਪੂਰਾ ਕਿਸੇ ਵੀ ਆਗੂ ਨੂੰ ਚੈੱਕ ਕਰਕੇ ਵੋਟਾਂ ਪਾਇਓ ਜਿਹੜੀ ਤੁਹਾਡੀ ਗੱਲ ਅੱਗੇ ਰੱਖ ਸਕੇ, ਤਾਂ ਜੋ ਇਦਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਸੈਂਟਰ ਪੈਦਾ ਹੀ ਨਾ ਕਰ ਸਕੇ। ਜੀ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਿਲਕੁਲ ਜਿਹੜੀ ਹੈ ਸਰਕਾਰਾਂ ਦੀ ਲੋਕਾਂ ਨੂੰ ਜਵਾਬਦੇਹੀ ਹੁੰਦੀ ਹੈ ਤੇ ਲੋਕਾਂ ਨੂੰ ਉਹਨਾਂ ਤੋਂ ਜਵਾਬ ਮੰਗਣ ਦੇ ਲਈ ਖੁਦ ਜਿਹੜਾ ਹੈਗਾ ਅਵੇਅਰ ਹੋਣਾ ਪਊਗਾ। ਸਾਡੇ ਨਾਲ ਸਨ ਜਸ ਬਾਜਵਾ, ਮੈਂ ਰਮਨ ਤੂਰ, ਔਨ 에ਅਰ ਦੇ ਲਈ ਕੈਮਰਾਮੈਨ ਕੁਲਦੀਪ ਦੇ ਨਾਲ।